इस वीडियो राਹੀਂ ਅਸੀਂ 8 ਅਗਸਤ 2020 ਦਾ ਜੋ ਕੰਮ ਆਇਆ ਹੈ ਉਹ ਕਰਾਂਗੇ। ਪਾਠ ਨੰਬਰ 4 ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀਆਂ। ਇਹ ਵਿਦੇਸ਼ੀ ਪੌਦੇ ਸਥਾਨਕ ਲਾਭਕਾਰੀ ਬਨਸਪਤੀ ਦੇ ਵਾਧੇ ਵਿੱਚ ਰੁਕਾਵਟ ਹੀ ਨਹੀਂ ਬਣੇ, ਸਗੋਂ ਉਪਯੋਗੀ ਭੂਮੀ ਨੂੰ ਘੱਟ ਕਰਨ ਅਤੇ ਭਿਆਨਕ ਕਿਸਮ ਦੀਆਂ ਬਿਮਾਰੀਆਂ ਨੂੰ ਫੈਲਾਉਣ ਵਿੱਚ ਵੀ ਖਤਰਨਾਕ ਸਿੱਧ ਹੋ ਰਹੇ। ਅਸੀਂ ਨੇ ਕੱਲ੍ਹ ਪੜ੍ਹਿਆ ਸੀ ਕਿ ਸਾਡੇ 40% ਸਾਡੇ ਜੋ ਬਨਸਪਤੀ ਹੈ ਉਹ ਵਿਦੇਸ਼ੀ ਹੈ। ਸਾਡੀ ਸਥਾਨਕ ਕਿੰਨੀ ਕਰੇਗੀ? 60%। ਤਾਂ 40 ਜਿਹੜੀ ਪ੍ਰਤੀਸ਼ਤ ਇਹ ਵਿਦੇਸ਼ੀ ਬਨਸਪਤੀ ਹੈ, ਜਿਸ ਨੂੰ ਅਸੀਂ ਬੋਰੀਅਲ ਅਤੇ ਪੈਲੀਓਓਸਨ ਕਹਿੰਦੇ ਹਾਂ। ਇਹ ਬਨਸਪਤੀ ਇਹ ਵਿਦੇਸ਼ੀ ਪੌਦੇ ਸਥਾਨਕ ਲਾਭਕਾਰੀ ਬਨਸਪਤੀ ਦੇ ਵਾਧੇ ਵਿੱਚ ਰੁਕਾਵਟ ਹੀ ਨਹੀਂ ਬਣੇ। ਜੋ ਸਾਡੀ ਸਥਾਨਕ ਬਨਸਪਤੀ ਹੈ ਉਹਦੇ ਵਾਧੇ ਵਿੱਚ ਇਹ ਰੁਕਾਵਟ ਤਾਂ ਬਣੇ ਹੀ ਬਣੇ ਹਨ, ਅਤੇ ਨਾਲ ਨਾਲ ਜਿੱਥੇ ਜਿੱਥੇ ਇਹ ਉੱਗ ਗਏ ਉਪਯੋਗੀ ਭੂਮੀ ਨੂੰ ਘੱਟ ਕਰਤਾ, ਥਾਂ ਥਾਂ 'ਤੇ ਇਹ ਉੱਗ ਜਾਂਦੇ ਨੇ ਅਤੇ ਭਿਆਨਕ ਕਿਸਮ ਦੀਆਂ ਬਿਮਾਰੀਆਂ ਨੂੰ ਫੈਲਾਉਣ ਵਿੱਚ ਵੀ ਖਤਰਨਾਕ ਸਿੱਧ ਹੋ ਰਹੇ ਹਨ। ਇਹਨਾਂ ਦੇ ਹਾਨੀਕਾਰਕ ਪ੍ਰਭਾਵ ਦੇ ਕਾਰਨ ਹੀ ਜਲ ਹਯਾਸਤ ਪੌਦੇ ਦੇ ਜਲ ਸਰੋਤਾਂ ਵਿੱਚ ਫੈਲ ਜਾਣ ਕਰਕੇ ਇਸ ਨੂੰ ਬੰਗਾਲ ਦੀ ਦਹਿਸ਼ਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਅਸੀਂ ਸਾਰੇ ਹੀ ਜਦੋਂ ਕੋਈ ਪਾਣੀ ਦਾ ਤਲਾਬ ਦੇਖਦੇ ਹਾਂ ਜਾਂ ਪਿੰਡਾਂ ਦੇ ਵਿੱਚ, ਜੋ ਪਿੰਡਾਂ ਦੇ ਵਿਦਿਆਰਥੀ ਉਹ ਚੰਗੀ ਤਰ੍ਹਾਂ ਸਮਝਦੇ ਨੇ, ਜੋ ਪਿੰਡਾਂ ਦੇ ਵਿੱਚ ਪਾਣੀ ਦੇ ਟੋਭੇ ਹੁੰਦੇ ਨੇ ਅਤੇ ਜਾਂ ਜੋ ਸਾਡੇ ਨਦੀਆਂ ਨਾਲੇ, ਇਹਨਾਂ ਦੇ ਵਿੱਚ ਇਸ ਪੌਦੇ ਨੂੰ ਅਸੀਂ ਆਮ ਤੌਰ 'ਤੇ ਦੇਖ ਸਕਦੇ ਹਾਂ, ਜਿਸ ਨੂੰ ਆਮ ਤੌਰ 'ਤੇ ਅਸੀਂ ਬੇਲ ਕਹਿੰਦੇ ਹਾਂ। ਬੇਲ ਜਿਹੜੀ ਇਹ ਬੇਲ ਹੈ ਇਹ ਜਲ ਸਰੋਤਾਂ ਦੇ ਵਿੱਚ ਬਹੁਤ ਜ਼ਿਆਦਾ ਫੈਲ ਰਹੀ ਹੈ। ਪਹਿਲੀ ਗੱਲ ਤਾਂ ਇਹ ਜੋ ਪਾਣੀ ਦਾ ਬਹਾਓ ਆ ਉਸ ਨੂੰ ਘੱਟ ਕਰਦੀ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਫੈਲ ਜਾਂਦੀ ਹੈ। ਦੂਜਾ, ਇਸ ਦੇ ਨਾਲ ਕੀ ਹੁੰਦਾ ਕਿ ਇਹਨਾਂ ਦੇ ਜੜ੍ਹਾਂ ਦੇ ਵਿੱਚ ਇਹਨਾਂ ਦੇ ਵਿੱਚ ਜ਼ਹਿਰੀਲੇ ਜਾਨਵਰ ਰਹਿਣ ਲੱਗ ਜਾਂਦੇ ਨੇ। ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਫੈਲਾਉਂਦੀ ਹੈ ਅਤੇ ਜੋ ਪਾਣੀ ਹੈ ਉਹ ਪੀਣ ਦੇ ਯੋਗ ਨਹੀਂ ਰਹਿੰਦਾ। ਅਸੀਂ ਹਰ ਥਾਂ 'ਤੇ ਨਦੀਆਂ ਨਾਲਿਆਂ ਵਿੱਚ ਇਸ ਬੇਲ ਨੂੰ ਦੇਖ ਸਕਦੇ ਹਾਂ, ਜਿਸ ਨੂੰ ਜਲ ਹਯਾਸਤ ਕਿਹਾ ਜਾਂਦਾ ਹੈ, ਜਿਸ ਨੂੰ ਬੰਗਾਲ ਦੀ ਦਹਿਸ਼ਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਲੈਂਟਾਨਾ ਨਾਮੀ ਪੌਦੇ ਨੇ ਵੀ ਦੇਸ਼ ਦੀਆਂ ਹਰੀਆਂ ਭਰੀਆਂ ਚਰਾਗਾਹਾਂ ਅਤੇ ਕੁਦਰਤੀ ਜੰਗਲਾਂ ਵਿੱਚ ਤੇਜ਼ੀ ਨਾਲ ਫੈਲ ਕੇ ਆਪਣਾ ਪ੍ਰਭਾਵ ਜਮਾ ਲਿਆ ਹੈ। ਲੈਂਟਾਨਾ ਨਾਮੀ ਪੌਦੇ ਨੇ ਦੇਸ਼ ਦੀਆਂ ਹਰੀਆਂ ਭਰੀਆਂ ਚਰਾਗਾਹਾਂ ਅਤੇ ਕੁਦਰਤੀ ਜੰਗਲਾਂ ਵਿੱਚ ਤੇਜ਼ੀ ਨਾਲ ਫੈਲ ਕੇ ਆਪਣਾ ਪ੍ਰਭਾਵ ਜਮਾ ਲਿਆ ਹੈ। ਪਾਰਥੇਨੀਅਮ ਘਾਹ, ਜਾਂ ਆਮ ਤੌਰ 'ਤੇ ਜਿਸ ਨੂੰ ਅਸੀਂ ਕਾਂਗਰਸੀ ਘਾਹ ਕਹਿੰਦੇ ਹਾਂ, ਬੂਟੀ, ਉਸ ਨੂੰ ਅਸੀਂ ਆਮ ਤੌਰ 'ਤੇ ਬੂਟੀ ਵੀ ਕਹਿ ਦਿੰਦੇ ਹਾਂ। ਬੂਟੀ, ਪਾਰਥੇਨੀਅਮ ਘਾਹ ਜਾਂ ਕਾਂਗਰਸੀ ਘਾਹ ਨੇ ਵੀ ਤੇਜ਼ੀ ਨਾਲ ਦੇਸ਼ ਅੰਦਰ ਫੈਲਦੇ ਹੋਏ ਲੋਕ ਸਿਹਤ ਨਾਲ ਸੰਬੰਧਿਤ ਐਲਰਜੀ, ਸਾਹ ਅਤੇ ਚਮੜੀ ਦੇ ਰੋਗਾਂ ਵਿੱਚ ਭਾਰੀ ਵਾਧਾ ਕੀਤਾ ਹੈ। ਜੋ ਇਹ ਕਾਂਗਰਸੀ ਘਾਹ ਹੈ, ਜਾਂ ਜਿਸ ਨੂੰ ਅਸੀਂ ਆਮ ਤੌਰ 'ਤੇ ਪੰਜਾਬੀ 'ਚ ਬੂਟੀ ਕਹਿ ਦਿੰਦੇ ਹਾਂ, ਜੇਕਰ ਅਸੀਂ ਸੜਕਾਂ 'ਤੇ ਨਜ਼ਰ ਮਾਰੀਏ ਤਾਂ ਸੜਕਾਂ ਦੇ ਦੋਨੇ ਪਾਸੇ ਇਹ ਬੂਟੀ ਬਹੁਤ ਜ਼ਿਆਦਾ ਫੈਲੀ ਹੋਈ ਹੈ। ਇੰਨੀ ਜ਼ਿਆਦਾ ਫੈਲੀ ਹੋਈ ਹੈ ਕਿ ਆਲੇ ਦੁਆਲੇ ਇਸ ਨੇ ਆਪਣਾ ਪੂਰਾ ਥਾਂ ਘੇਰ ਰੱਖਿਆ ਹੈ, ਥਾਂ ਮੱਲ ਰੱਖਿਆ ਹੈ। ਭਾਵ ਸਾਰੇ ਪਾਸੇ, ਸੱਜੇ ਪਾਸੇ ਵੀ ਖੱਬੇ ਪਾਸੇ ਵੀ, ਜੇਕਰ ਅਸੀਂ ਨਜ਼ਰ ਮਾਰੀ ਸੜਕਾਂ ਦੇ ਤਾਂ ਇਹ ਹਰ ਜਗ੍ਹਾ 'ਤੇ ਹੁੰਦੀ ਹੈ। ਅਤੇ ਇਸ ਦੇ ਨਾਲ ਕੀ ਹੁੰਦਾ? ਐਲਰਜੀ, ਸਾਹ ਅਤੇ ਚਮੜੀ ਦੇ ਰੋਗ ਵਿੱਚ ਭਾਰੀ ਵਾਧਾ ਹੋਇਆ ਹੈ। ਕਾਂਗਰਸੀ ਘਾਹ ਅਸੀਂ ਆਮ ਤੌਰ 'ਤੇ ਸੜਕਾਂ ਦੇ ਉੱਤੇ ਦੇਖ ਸਕਦੇ ਹਾਂ।
ਹਰੇਕ ਦੇਸ਼ ਦਾ ਵਿਕਾਸ ਅਤੇ ਵਾਤਾਵਰਨ ਸੰਤੁਲਨ ਬਣਾਏ ਰੱਖੇ ਜਾਣ ਲਈ ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੀ ਘੱਟੋ ਘੱਟ 33% ਭੂਮੀ ਉੱਤੇ 33% ਭੂਮੀ 'ਤੇ ਕੀ ਹੋਣ, ਜੰਗਲ ਹੋਣ, ਭਾਵ 33% ਭੂਮੀ ਕੀ ਹੋਵੇ, ਹਰੀ ਭਰੀ ਹੋਵੇ। ਇਹ ਜ਼ਰੂਰੀ ਹੈ। ਸੰਸਾਰ ਦੀ 29.5 ਭੂਮੀ ਸੰਸਾਰ ਦੀ 29.5 ਭੂਮੀ ਵਣ ਭਾਵ ਜੰਗਲਾਂ ਨਾਲ ਢਕੀ ਹੋਈ ਹੈ, ਜਦੋਂ ਕਿ ਭਾਰਤ ਦੇ ਕੁੱਲ ਖੇਤਰਫਲ ਦਾ 22.7% ਹਿੱਸਾ ਜੰਗਲਾਂ ਹੇਠ ਆਉਂਦਾ ਹੈ। ਚਾਹੀਦਾ ਕਿੰਨਾ ਗਾ, 33%, ਹੈ ਕਿੰਨਾ ਗਾ, 22%, ਕਿੰਨਾ ਘੱਟ, 11% ਹਿੱਸਾ ਜੰਗਲਾਂ ਹੇਠ ਘੱਟ ਹੈ ਭਾਰਤ ਵਿੱਚ। ਰਾਜਾਂ ਦੇ ਪੱਧਰ 'ਤੇ ਵੀ ਜੰਗਲਾਂ ਦੀ ਜ਼ਿਆਦਾ ਮਾਤਰਾ, ਜੋ ਜੰਗਲ ਨੇ ਇਹ ਸਭ ਤੋਂ ਜ਼ਿਆਦਾ ਕਿੱਥੇ ਮਿਲਦੇ ਨੇ ਭਾਰਤ ਵਿੱਚ, ਤ੍ਰਿਪੁਰਾ ਦੇ ਵਿੱਚ ਮਿਲਦੇ ਨੇ 59.6, 59.6%। ਹਿਮਾਚਲ ਪ੍ਰਦੇਸ਼ ਦੂਜੇ ਨੰਬਰ 'ਤੇ ਹਿਮਾਚਲ ਪ੍ਰਦੇਸ਼ ਆ ਜਾਂਦਾ, 48.1, 48.1%। ਫਿਰ ਅਰੁਣਾਚਲ 45.8%। ਫਿਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ, ਕਿਉਂਕਿ ਜੋ ਛੱਤੀਸਗੜ੍ਹ ਇਹ ਮੱਧ ਪ੍ਰਦੇਸ਼ ਤੋਂ ਹੀ ਵੱਖ ਹੋਇਆ ਹੈ, ਪਹਿਲਾਂ ਇਹ ਮੱਧ ਪ੍ਰਦੇਸ਼ ਦਾ ਹੀ ਹਿੱਸਾ ਸੀ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ 32.9 ਅਤੇ ਅਸਾਮ ਦੇ ਵਿੱਚ 29.3, ਜਦੋਂ ਕਿ ਸਾਡੇ ਪੰਜਾਬ ਦੇ ਵਿੱਚ ਕਿੰਨਾ ਹੈ, ਸਿਰਫ 2.3%। ਪੰਜਾਬ ਦੇ ਵਿੱਚ ਕਿੰਨਾ ਗਾ, 2.3% ਹਿੱਸਾ ਜੰਗਲਾਂ ਹੇਠ ਹੈ, ਬੜਾ ਘੱਟ ਹੈ। ਹੁੰਦਾ ਪੂਰੇ ਖੇਤਰਫਲ ਦਾ ਲਗਭਗ 33% ਹੋਣਾ ਚਾਹੀਦਾ, ਅਤੇ ਪੰਜਾਬ ਦੇ ਵਿੱਚ ਕਿੰਨਾ ਗਾ, ਸਿਰਫ ਅਤੇ ਸਿਰਫ 2.3%। ਰਾਜਸਥਾਨ 3.6, ਗੁਜਰਾਤ 8.8, ਹਰਿਆਣਾ 12.1, ਪੱਛਮੀ ਬੰਗਾਲ 12.5 ਅਤੇ ਉੱਤਰ ਪ੍ਰਦੇਸ਼ 13.4% ਹੈ। ਜਿਹੇ ਰਾਜਾਂ ਵਿੱਚ 15% ਤੋਂ ਵੀ ਘੱਟ ਭੂਮੀ ਜੰਗਲਾਂ ਹੇਠ ਆਉਂਦੀ ਹੈ। ਪੰਜਾਬ ਦੇ ਵਿੱਚ ਸਭ ਤੋਂ ਘੱਟ ਮੰਨ ਲਓ 2.3 ਹੀ ਹੈ। ਸੰਘੀ ਖੇਤਰ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਅੰਡੇਮਾਨ ਅਤੇ ਨਿਕੋਬਾਰ ਵਿੱਚ 94.6%, 94.6% ਅੰਡੇਮਾਨ ਅਤੇ ਨਿਕੋਬਾਰ। ਸਭ ਤੋਂ ਘੱਟ ਕਿੱਥੇ ਹੋਊਗਾ, ਦਿੱਲੀ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਸੰਘੀ ਖੇਤਰਾਂ 'ਚ ਦਿੱਲੀ ਬਹੁਤ ਖਚਾ ਖਚ ਭਰਿਆ ਪਿਆ ਆਬਾਦੀ ਨਾਲ, ਤਾਂ ਅਸੀਂ ਸੋਚ ਸਕਦੇ ਹਾਂ ਤਾਂ ਉੱਥੇ ਦਾ ਜੰਗਲ ਕਿੱਥੋਂ ਮਿਲਣਗੇ। ਅਤੇ ਅੰਡੇਮਾਨ ਨਿਕੋਬਾਰ ਨੂੰ ਪਹਿਲਾਂ ਕੀ ਕਹਿੰਦੇ ਸੀ, ਪਹਿਲਾਂ ਕਹਿੰਦੇ ਸੀ ਕਾਲੇ ਪਾਣੀ। ਆਜ਼ਾਦੀ ਤੋਂ ਪਹਿਲਾਂ ਇਸ ਨੂੰ ਕਾਲੇ ਪਾਣੀ ਦੀ ਜੇਲ੍ਹ ਹੋ ਗਈ, ਇਹ ਕਿਹਾ ਜਾਂਦਾ ਸੀ, ਭਾਵ ਉੱਥੋਂ ਵਿਅਕਤੀ ਕਿਸੇ ਵੀ ਤਰ੍ਹਾਂ ਭੱਜ ਨਹੀਂ ਸਕਦਾ ਸੀ, ਉਸ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਅਤੇ ਅੰਡੇਮਾਨ ਨਿਕੋਬਾਰ ਦੇ ਵਿੱਚ ਜੰਗਲ ਸਭ ਤੋਂ ਜ਼ਿਆਦਾ ਹੈ ਬਨਸਪਤੀ, 94.6%। ਦਿੱਲੀ ਵਿੱਚ ਸਭ ਤੋਂ ਘੱਟ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ। ਇਹ ਰਾਜਾਂ ਵਿੱਚੋਂ ਸਭ ਤੋਂ ਵੱਧ ਕਿੱਥੇ ਆ ਗਈ, ਸਭ ਤੋਂ ਵੱਧ ਰਾਜਾਂ ਦੇ ਵਿੱਚੋਂ ਹੈਗੀ ਆ ਤ੍ਰਿਪੁਰਾ ਦੇ ਵਿੱਚ। ਇਹਦੇ ਕੁਐਸਚਨ ਕਰਦੇ ਹਾਂ। ਕਿਸ ਪੌਦੇ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ? ਕਿਸ ਪੌਦੇ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ? ਤਾਂ ਅਸੀਂ ਹੁਣ ਪੜ੍ਹਿਆ ਹੈ, ਤਾਂ ਪਹਿਲਾ ਆਨਸਰ ਹੈ ਜਲ ਹਾਇਸਿੰਥ। ਪਹਿਲੇ ਕੁਐਸਚਨ ਦਾ ਆਨਸਰ ਹੈ ਜਲ ਹਾਇਸਿੰਥ। ਇਸ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ, ਜਿਸ ਨੂੰ ਅਸੀਂ ਆਮ ਤੌਰ 'ਤੇ ਬੂਟੀ ਕਹਿ ਦਿੰਦੇ ਹਾਂ, ਬੂਟੀ ਜਾਂ ਬੇਲ ਕਹਿ ਦਿੰਦੇ ਹਾਂ, ਬੇਲ ਹੋ ਗਈ, ਜਿਸ ਨੂੰ ਬੇਲ ਕਹਿੰਦੇ ਨੇ। ਇਸ ਦਾ ਨਾਂ ਹੈ ਜਲ ਹਾਇਸਿੰਥ। ਇਹ ਵਿਦੇਸ਼ੀ ਪੌਦਾ ਹੈ, ਜਿਸ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ। ਇਸ ਤੋਂ ਅੱਗੇ, ਕਾਂਗਰਸ ਘਾਹ ਦੇ ਸਾਡੀ ਸਿਹਤ ਉੱਪਰ ਕਿਹੜੇ ਪ੍ਰਭਾਵ ਪੈਂਦੇ ਹਨ? ਕਾਂਗਰਸ ਘਾਹ ਦੇ ਸਾਡੀ ਸਿਹਤ ਉੱਪਰ ਕਿਹੜੇ ਪ੍ਰਭਾਵ ਪੈਂਦੇ ਹਨ? ਤਾਂ ਅਸੀਂ ਪੜ੍ਹਿਆ, ਸਿਹਤ ਨਾਲ ਸੰਬੰਧਿਤ ਐਲਰਜੀ,
ਸਾਹ ਅਤੇ ਚਮੜੀ ਦੇ ਰੋਗ। ਸਿਹਤ ਨਾਲ ਸੰਬੰਧਿਤ ਐਲਰਜੀ, ਸਾਹ ਅਤੇ ਚਮੜੀ ਦੇ ਰੋਗ। ਇਹ ਦੂਜਾ ਆਨਸਰ। ਸਿਹਤ ਨਾਲ ਸੰਬੰਧਿਤ ਐਲਰਜੀ, ਸਾਹ ਅਤੇ ਚਮੜੀ ਦੇ ਰੋਗ ਇਸ ਕਾਂਗਰਸੀ ਘਾਹ ਦੇ ਨਾਲ, ਜਿਸ ਨੂੰ ਅਸੀਂ ਬੇਲ ਕਹਿੰਦੇ ਹਾਂ, ਨਹੀਂ ਜਿਸ ਨੂੰ ਅਸੀਂ ਬੂਟੀ ਕਹਿੰਦੇ ਹਾਂ, ਜਿਸ ਨੂੰ ਅਸੀਂ ਬੂਟੀ ਕਹਿੰਦੇ ਹਾਂ, ਇਸ ਤੋਂ ਸਿਹਤ ਨਾਲ ਸੰਬੰਧਿਤ ਐਲਰਜੀ, ਸਾਹ ਅਤੇ ਚਮੜੀ ਦੇ ਰੋਗ ਪੈਦਾ ਹੁੰਦੇ ਹਨ ਬੇਲ ਤੋਂ। ਬੇਲ ਨਹੀਂ, ਬੂਟੀ ਤੋਂ। ਬੇਲ ਤਾਂ ਅਸੀਂ ਆਮ ਤੌਰ 'ਤੇ ਪਿੰਡਾਂ ਵਿੱਚ ਕਹਿ ਦਿੰਦੇ ਹਾਂ ਜ਼ਲ ਹਾਇਸਤ ਨੂੰ, ਅਤੇ ਜੋ ਇਹ ਕਾਂਗਰਸੀ ਘਾਹ ਜਿਸ ਨੂੰ ਆਮ ਤੌਰ 'ਤੇ ਕਿਹਾ ਜਾਂਦਾ ਗਾ ਬੂਟੀ, ਜੰਗਲੀ ਬੂਟੀ ਕਿਹਾ ਜਾਂਦਾ ਇਸ ਨੂੰ। ਅਗਲਾ ਕੁਐਸਚਨ, ਭਾਰਤ ਦੇ ਕਿੰਨੇ ਪ੍ਰਤੀਸ਼ਤ ਖੇਤਰ ਵਿੱਚ ਵਣ ਪਾਏ ਜਾਂਦੇ ਹਨ? ਭਾਰਤ ਵਿੱਚ ਕਿੰਨੇ ਪਾਏ ਜਾਂਦੇ ਨੇ ਜੀ? ਭਾਰਤ ਵਿੱਚ ਕਿੰਨੇ ਪਾਏ ਜਾਂਦੇ ਨੇ? ਭਾਰਤ ਵਿੱਚ ਪਾਏ ਜਾਂਦੇ ਨੇ 22.7। 22.7 22.7% ਹਿੱਸੇ ਉੱਤੇ ਭਾਰਤ ਵਿੱਚ ਵਣ ਪਾਏ ਜਾਂਦੇ ਨੇ। ਚਾਹੀਦੇ ਕਿੰਨੇ ਨੇ? 33%। ਇਸ ਤੋਂ ਅਗਲਾ ਕੁਐਸਚਨ, ਸੰਸਾਰ ਦੀ ਕਿੰਨੇ ਪ੍ਰਤੀਸ਼ਤ ਜ਼ਮੀਨ ਜੰਗਲਾਂ ਨਾਲ ਢਕੀ ਹੋਈ ਹੈ? ਕਿੰਨੀ ਢਕੀ ਹੋਈ ਹੈ ਜੀ? 29.5। ਚੌਥੇ ਦਾ ਆਨਸਰ 29.5। 29.5 ਜ਼ਮੀਨ ਜੰਗਲਾਂ ਨਾਲ ਢਕੀ ਹੋਈ ਹੈ। ਚਾਹੀਦੀ ਕਿੰਨੀ ਆ? 33%। ਇੱਥੇ ਵੀ ਘੱਟ ਹੈ, 29.5। ਇਸ ਤੋਂ ਅਗਲਾ ਕੁਐਸਚਨ, ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਜੰਗਲ ਮੌਜੂਦ ਹਨ? ਤ੍ਰਿਪੁਰਾ। ਕਿਹੜਾ ਹੈ ਜੀ? ਤ੍ਰਿਪੁਰਾ। ਤ੍ਰਿਪੁਰਾ ਵਿੱਚ ਸਭ ਤੋਂ ਜ਼ਿਆਦਾ ਜੰਗਲ ਵੱਧ ਹਨ। ਤ੍ਰਿਪੁਰਾ ਕਿੰਨੇ ਨੇ ਜੀ? 59.6। ਤ੍ਰਿਪੁਰਾ ਵਿੱਚ ਸਭ ਤੋਂ ਵੱਧ ਜੰਗਲ ਮੌਜੂਦ ਹਨ। ਪੰਜਾਬ ਦੀ ਕਿੰਨੇ ਪ੍ਰਤੀਸ਼ਤ ਭੂਮੀ ਉੱਪਰ ਜੰਗਲ ਹਨ? ਕਿੰਨਾ ਜੀ? 2.3। 2.3% ਭੂਮੀ ਉੱਤੇ ਜੰਗਲ ਹਨ ਪੰਜਾਬ ਦੇ ਵਿੱਚ। 2.3। ਇਸ ਤੋਂ ਅਗਲਾ ਕੁਐਸਚਨ, ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਅਤੇ ਵਾਤਾਵਰਨ ਵਿੱਚ ਸੰਤੁਲਨ ਬਣਾਏ ਲਈ ਕਿੰਨੇ ਪ੍ਰਤੀਸ਼ਤ ਭੂਮੀ ਉੱਪਰ ਜੰਗਲ ਹੋਣੇ ਚਾਹੀਦੇ ਹਨ? ਕਿੰਨੇ ਚਾਹੀਦੇ ਨੇ ਜੀ? 33%। 33। ਭਾਰਤ ਵਿੱਚ ਕਿੰਨੇ ਨੇ? 22.7। ਸੰਸਾਰ 'ਚ ਕਿੰਨੇ ਨੇ? 29। ਅਤੇ ਪੰਜਾਬ 'ਚ ਕਿੰਨੇ ਨੇ? ਸਿਰਫ ਕਿੰਨਾ ਪੰਜਾਬ 'ਚ? 2.3। ਬਹੁਤ ਹੀ ਘੱਟ ਹੈ। ਗਲਤ ਜਾਂ ਠੀਕ? ਲੈਂਟਾਨਾ ਨਾਮੀ ਪੌਦੇ ਨੇ ਦੇਸ਼ ਦੀਆਂ ਹਰੀਆਂ ਭਰੀਆਂ ਚਰਾਗਾਹਾਂ ਅਤੇ ਕੁਦਰਤੀ ਜੰਗਲਾਂ ਵਿੱਚ ਤੇਜ਼ੀ ਨਾਲ ਫੈਲ ਕੇ ਆਪਣਾ ਪ੍ਰਭਾਵ ਜਮਾ ਲਿਆ ਹੈ। ਲੈਂਟਾਨਾ ਨਾਮੀ ਪੌਦੇ ਨੇ ਦੇਸ਼ ਦੀਆਂ ਹਰੀਆਂ ਭਰੀਆਂ ਚਰਾਗਾਹਾਂ ਅਤੇ ਕੁਦਰਤੀ ਜੰਗਲਾਂ ਵਿੱਚ ਤੇਜ਼ੀ ਨਾਲ ਫੈਲ ਕੇ ਆਪਣਾ ਪ੍ਰਭਾਵ ਜਮਾ ਲਿਆ ਹੈ। ਇਹ ਬਿਲਕੁਲ ਸਹੀ ਹੈ। ਇਹ ਸਹੀ ਹੈ। ਪਾਰਥੇਨੀਅਮ ਘਾਹ ਦੇ ਜਲ ਸਰੋਤਾਂ ਵਿੱਚ ਫੈਲ ਜਾਣ ਕਰਕੇ ਇਸ ਨੂੰ ਬੰਗਾਲ ਦੀ ਦਹਿਸ਼ਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਤਾਂ ਇਹ ਗਲਤ ਹੈ, ਕਿਉਂਕਿ ਇੱਥੇ ਆਵੇਗਾ ਜਲ ਹਾਇਸਤ। ਜੋ ਜਲ ਹਾਇਸਤ ਹੈ, ਜਿਸ ਨੂੰ ਅਸੀਂ ਬੇਲ ਕਹਿ ਦਿੰਦੇ ਹਾਂ, ਉਹ ਪਾਣੀ ਦੇ ਸਰੋਤਾਂ ਵਿੱਚ ਫੈਲਿਆ ਹੈ, ਨਾ ਕਿ ਪਾਰਥੇਨੀਅਮ ਘਾਹ। ਜਲ ਹਾਇਸਤ ਨੇ ਵੀ ਤੇਜ਼ੀ ਨਾਲ ਦੇਸ਼ ਅੰਦਰ ਫੈਲਦੇ ਹੋਏ ਲੋਕ ਸਿਹਤ ਨਾਲ ਸੰਬੰਧਿਤ ਐਲਰਜੀ, ਸਾਹ ਅਤੇ ਚਮੜੀ ਦੇ ਰੋਗਾਂ ਵਿੱਚ ਭਾਰੀ ਵਾਧਾ ਕੀਤਾ ਹੈ। ਇਹ ਵੀ ਗਲਤ ਹੈ। ਇਹ ਇੱਥੇ ਆਵੇਗਾ ਅਤੇ ਇਹ ਇੱਥੇ ਆਵੇਗਾ। ਜੇਕਰ ਇੱਥੇ ਪਾਰਥੇਨੀਅਮ ਘਾਹ ਆ ਜਾਂਦਾ ਤਾਂ ਇਹ ਸਹੀ ਸੀ, ਤਾਂ ਇਹ ਗਲਤ ਹੈ। ਪਾਰਥੇਨੀਅਮ ਘਾਹ ਨੇ ਤਾਂ ਐਲਰਜੀ, ਸਾਹ ਅਤੇ ਚਮੜੀ ਦੇ ਰੋਗ ਪੈਦਾ ਕੀਤੇ ਨੇ, ਅਤੇ ਜੋ ਜਲ ਹਾਇਸਤ ਆ ਇਹ ਪਾਣੀ ਦੇ ਸਰੋਤਾਂ ਵਿੱਚ ਫੈਲਿਆ ਹੈ, ਜਿਸ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ।
ਦਿੱਲੀ ਵਿੱਚ ਬਣਾ ਹੇਠ 2.1% ਭੂਮੀ ਹੈ। ਇਹ ਬਿਲਕੁਲ ਸਹੀ ਹੈ। ਪਹਿਲਾ ਵੀ ਸਹੀ ਹੈ। ਪਹਿਲਾ ਅਤੇ ਚੌਥਾ ਸਹੀ ਹਨ, ਦੂਜਾ ਤੀਜਾ ਗਲਤ ਹਨ। ਇਸ ਤੋਂ ਅੱਗੇ ਅਸੀਂ ਇਹੀ ਕੰਮ ਸਾਡਾ ਅੰਗਰੇਜ਼ੀ ਮੀਡੀਅਮ ਵਿੱਚ ਕਰਾਂਗੇ। ਪਹਿਲਾ ਕੁਐਸਚਨ, ਵਿਚ ਪਲਾਂਟ ਇਜ਼ ਕਾਲਡ ਦਾ ਟੈਰਰ ਆਫ ਬੰਗਾਲ। ਬੰਗਾਲ ਦੀ ਦਹਿਸ਼ਤ ਕਿਹਨੂੰ ਕਿਹਾ ਜਾਂਦਾ ਹੈ? ਤਾਂ ਅਸੀਂ ਹੁਣੇ ਉੱਧਰ ਕਰਕੇ ਆਏ ਹਾਂ ਕੰਮ। ਵਾਟਰ ਫਸਟ, ਆਨਸਰ ਫਸਟ। ਇਸ ਨੂੰ ਬੰਗਾਲ ਦਾ ਡਰ ਕਿਹਾ ਜਾਂਦਾ ਹੈ, ਟੈਰਰ ਆਫ ਬੰਗਾਲ। ਫਸਟ ਕੁਐਸਚਨ ਦਾ ਆਨਸਰ। ਵਾਟ ਆਰ ਦਾ ਇਫੈਕਟਸ ਆਫ ਕਾਂਗਰਸ ਗ੍ਰਾਸ ਔਨ ਆਵਰ ਹੈਲਥ? ਕਾਂਗਰਸੀ ਘਾਹ ਦੇ ਸਾਡੀ ਸਿਹਤ ਉੱਤੇ ਕੀ ਅਸਰ ਹਨ? ਐਲਰਜੀਜ਼, ਰੈਸਪੀਰੇਟਰੀ ਐਂਡ ਸਕਿਨ ਡਿਜ਼ੀਜ਼, ਸਾਰੇ ਇਸ ਨੇ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾਏ ਹਨ। ਇੱਥੋਂ ਕਰ ਸਕਦੇ ਹੋ, ਇਟ ਹੈਜ਼ led to huge increase in public health it has led to huge increase in public health related allergies, respiratory and skin diseases। ਇਹ ਆਨਸਰ ਸੈਕਿੰਡ ਆਨਸਰ ਹੈ। ਸਿਹਤ, ਐਲਰਜੀ, ਸਾਹ ਦੀਆਂ ਬਿਮਾਰੀਆਂ ਇਸ ਨੇ ਪੈਦਾ ਕੀਤੀਆਂ ਹਨ। ਇਹ ਸੈਕਿੰਡ ਕੁਐਸਚਨ ਦਾ ਆਨਸਰ ਹੈ। What percentage of India area is covered by forest? ਕਿੰਨੇ ਪਰਸੈਂਟ ਹੈ? 22.7%। 22.7% ਇੰਡੀਆ ਵਿੱਚ ਇੰਨਾ ਪਾਇਆ ਜਾਂਦਾ। What percentage of the world's land area is covered by forest? ਸੰਸਾਰ ਦੇ ਵਿੱਚ ਕਿੰਨਾ ਪਾਇਆ ਜਾਂਦਾ ਜੀ? ਇਹ ਸੰਸਾਰ ਦੇ ਵਿੱਚ ਪਾਇਆ ਜਾਂਦਾ ਜੀ ਇਹ 29.5%। Which Indian state has largest forest covered? ਤ੍ਰਿਪੁਰਾ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ। ਤ੍ਰਿਪੁਰਾ ਵਿੱਚ ਇਹ ਸਭ ਤੋਂ ਜ਼ਿਆਦਾ ਪਾਏ ਜਾਂਦੇ ਆ। ਬਟ ਪਰਸੈਂਟੇਜ ਆਫ ਪੰਜਾਬ ਲੈਂਡ ਇਜ਼ ਫੋਰੈਸਟ? ਪੰਜਾਬ ਦੀ ਲੈਂਡ ਕਿੰਨੀ ਫੋਰੈਸਟ ਹੈਗੀ? ਤਾਂ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਪਾਏ ਜਾਂਦੇ ਨੇ ਇਹ 2.3%। 2.33% ਪੰਜਾਬ ਦੇ ਵਿੱਚ ਪਾਈ ਨੇ 2.3%। What percentage of land should be forested to balance the economic development and environment of any country? 33%। 33%। True, false? The plant called lantana has spread rapidly in the green pastures and natural forest of the country. True. Parthenium grass is known as the terror of Bengal. Parthenium grass is known as the terror of Bengal due to its proliferation in water bodies. Parthenium grass नहीं है,
ਦੇਖੋ ਅਸੀਂ ਸਲਾਈਡ ਦੇ ਵਿੱਚ ਦੇਖੀਏ ਤਾਂ ਹੈ ਸਾਡਾ ਵਾਟਰ ਹਾਇਸੈਂਥ। ਇਸ ਲਈ ਇਹ ਫਾਲਸ ਹੈ, ਫਾਲਸ। ਵਾਟਰ ਹਾਇਸੈਂਥ has also spread rapidly in the country and has led to huge increase in public health related allergies, respiratory and skin diseases. False। ਇਹਦੀ ਜਗ੍ਹਾ ਇੱਥੇ ਇਹ ਆਵੇਗਾ ਅਤੇ ਇੱਥੇ ਇਹ ਆਵੇਗਾ ਤਾਂ ਇਹ ਟਰੂ ਸੀ, ਪਰ ਹੁਣ ਇਹ ਦੋਨੋਂ ਗਲਤ ਹੋ ਗਏ। ਦਿੱਲੀ ਹੈਜ਼ 2.1% ਫੋਰੈਸਟ ਲੈਂਡ, ਟਰੂ। ਇਸ ਤਰ੍ਹਾਂ ਅਸੀਂ ਨੇ ਅੱਜ ਵਾਲੀ ਸਲਾਈਡ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਹਨ ਅਤੇ ਮੈਂ ਉਮੀਦ ਕਰਦਾ ਕਿ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਅਤੇ ਆਪਣਾ ਕੰਮ ਸਮਝ ਕੇ ਕਰ ਸਕਦੇ ਹਨ। ਧੰਨਵਾਦ।